ਵੱਲੋਂ ਪਰਮਪ੍ਰੀਤ ਸਿੰਘ ਜੀ ਨਿੱਜਰ ਸਮੂਹ ਪਰਿਵਾਰ ਵੱਲੋਂ ਦੋਵੇਂ ਬੱਚਿਆਂ ਨੂੰ ਗੁਰੂ ਸਾਹਿਬ ਜੀ ਨੇ ਵਿਦਿਆ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੋ ਆਓ ਪਾਵਨ ਸ਼ਬਦ ਬਚਨ ਜਿਹੜਾ ਆਪਾਂ ਪੜ੍ਹਿਆ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੈ। ਬਿਲਾਵਲ ਮਹੱਲਾ ਪਹਿਲਾ, ਕਿਉਂਕਿ ਇਸ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਇਹਦਾ ਨਾਮ ਹੈ ਸ਼ਬਦ ਹਜ਼ਾਰੇ। ਭਾਵ ਹਜ਼ਾਰਾਂ ਸ਼ਬਦਾਂ ਦੇ ਵਿੱਚੋਂ ਕੁਝ ਸ਼ਬਦਾਂ ਨੂੰ ਇਕੱਠਿਆਂ ਕੀਤਾ ਤੇ ਉਸ ਬਾਣੀ ਦਾ ਨਾਮ ਰੱਖਿਆ ਸ਼ਬਦ ਹਜ਼ਾਰੇ। ਤੋ ਗੁਰੂ ਨਾਨਕ ਦੇ ਮਹਾਰਾਜ ਜੀ ਬਚਨ ਕਰਦੇ ਨੇ, ਮਨ ਮੰਦਰ ਤਨ ਵੇਸ ਕਲੰਦਰ। ਕਲੰਦਰ ਇੱਕ ਤਾਂ ਆਪਾਂ ਕਹਿੰਦੇ ਆ ਜਿਹੜੇ ਪਿੰਡਾਂ ਦੇ ਵਿੱਚ ਜਿੱਦਾਂ ਕੋਈ ਖੇਡਾ ਪਾਉਣ ਵਾਲੇ ਉਹਨਾਂ ਨੂੰ ਵੀ ਕਲੰਦਰ ਕਹਿੰਦੇ ਆ, ਪਰ ਇੱਥੇ ਕਲੰਦਰ ਲਫ਼ਜ਼ ਵਿਦਵਾਨਾਂ ਨੇ, ਗੁਰਬਾਣੀ ਨੇ ਇੱਕ ਰਮਤੇ ਸਾਧੂ ਨੂੰ ਆਖਿਆ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੋਵੇ, ਉਹਨੂੰ ਕਹਿੰਦੇ ਨੇ ਕਲੰਦਰ। ਤੋ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਮਨ ਮੰਦਰ, ਇਹ ਜਿਹੜਾ ਮੇਰਾ ਮਨ ਹੈ ਇਹ ਹੁਣ ਮੰਦਰ ਬਣ ਗਿਆ। ਮਨ ਮੰਦਰ, ਬਾਹਰ ਮੰਦਰ ਬਣਾਉਣਾ ਬੜਾ ਸੌਖਾ ਹੈ, ਬਾਹਰ ਗੁਰਦੁਆਰਾ ਬਣਾਉਣਾ ਵੀ ਸੌਖਾ, ਘਰ ਵੀ ਬਣਾਉਣਾ ਸੌਖਾ, ਪਰ ਇਸ ਮਨ ਨੂੰ ਮੰਦਰ ਬਣਾਉਣਾ ਬੰਦੇ ਦੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਇਹ ਮਨ ਕਦੀ ਮੰਦਰ ਹੀ ਨਹੀਂ ਬਣਦਾ। ਤੋ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਮਨ ਮੰਦਰ, ਕਹਿੰਦੇ ਮਨ ਮੇਰਾ ਮੰਦਰ ਹੈ ਤੇ ਤਨ ਵੇਸ ਕਲੰਦਰ। ਤਨ ਸਰੀਰ, ਇੱਥੇ ਸਿਰਫ ਕੱਲਾ ਸਰੀਰ ਹੀ ਨਹੀਂ, ਇੱਥੇ ਅਰਥ ਕੀਤੇ ਨੇ ਮਨ ਮੰਦਰ ਤਨ ਵੇਸ ਕਲੰਦਰ। ਜਿਹੜਾ ਤਨ ਸਰੀਰ ਹੈ ਇਹਦੇ ਜਿੰਨੇ ਵੀ ਗਿਆਨ ਇੰਦਰੇ ਹਨ ਇਹ ਇੱਕ ਰਮਤੇ ਸਾਧੂ ਬਣ ਗਏ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਹਾਵਾ। ਹੁਣ ਫਿਰ ਇਹ ਜਿਹੜੇ ਰਮਤੇ ਸਾਧੂ ਨੇ, ਜਿਹੜੇ ਰੱਬੀ ਪਰਮਾਤਮਾ ਦੀ ਬੰਦਗੀ ਕਰਨ ਵਾਲੇ, ਜਿਹੜੇ ਗਿਆਨ ਰੂਪ ਇੰਦਰੇ ਨੇ, ਇਹ ਫਿਰ ਇਸ਼ਨਾਨ ਕਿੱਥੇ ਕਰਦੇ ਨੇ? ਜਿਹੜੇ ਬਾਹਰਲੇ ਸਾਧੂ ਨੇ ਉਹ ਤਾਂ ਕੋਈ ਕਿਤੇ ਇਸ਼ਨਾਨ ਕਰਨ ਜਾਂਦਾ, ਕੋਈ ਕਿਤੇ ਇਸ਼ਨਾਨ ਕਰਨ ਜਾਂਦਾ। ਹੁਣ ਤੇ ਹਰਿਦੁਆਰ ਕਿਸੇ ਨੇ ਆਪਣੇ ਬਾਪੂ ਦੀ ਮੁਕਤੀ ਕਰਾਉਣੀ ਹੋਵੇ, ਉਹ ਕਹਿੰਦੇ ਕਿਰਾਇਆ ਹੀ ਬਚ ਜੇ ਘਰੇ ਆਉਣ ਨੂੰ ਉਹੀ ਬਹੁਤ ਹੈ, ਕਹਿੰਦੇ ਉਹ ਸਾਰਾ ਕੁਝ ਹੀ ਲੈ ਲੈਂਦੇ ਨੇ। ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹੜਾ ਰਮਤਾ ਸਾਧੂ ਹੈ ਬਾਹਰਲੇ ਤੌਰ ਤੇ, ਪਰ ਇੱਥੇ ਕਹਿੰਦੇ ਨੇ ਵੀ ਜਿਹੜੇ ਗਿਆਨ ਰੂਪ ਇੰਦਰੇ ਨੇ ਇਹ ਰਮਤੇ ਸਾਧੂ ਬਣ ਗਏ ਤੇ ਮਨ ਬਣ ਗਿਆ ਮੰਦਰ। ਤੇ ਫਿਰ ਇਹ ਰਮਤੇ ਸਾਧੂ ਗਿਆਨ ਰੂਪ ਇੰਦਰੇ ਇਸ਼ਨਾਨ ਕਿੱਥੇ ਕਰਦੇ ਨੇ? ਕਹਿੰਦੇ ਹਿਰਦੇ ਰੂਪ ਘਰ ਨੂੰ ਬਣਾ ਲਿਆ ਤੀਰਥ। ਹੁਣ ਇਹ ਹਿਰਦੇ ਰੂਪ ਘਰ ਦੇ ਵਿੱਚ ਇਹ ਚੁੱਭੀਆਂ ਲਾਉਂਦੇ ਨੇ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਹਾਵਾ ਏਕ ਸ਼ਬਦ, ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ। ਹੁਣ ਗੁਰੂ ਦਾ ਇੱਕ ਸ਼ਬਦ, ਸੁਖਮਨੀ ਸਾਹਿਬ ਵੀ ਆਪਾਂ ਪੜ੍ਹਦੇ ਹਾਂ ਤੇ ਸਤਿਗੁਰਾਂ ਨੇ ਆਰੰਭ ਦੇ ਵਿੱਚ ਹੀ ਸਾਨੂੰ ਇੱਕ ਸਿੱਖਿਆ ਦੇ ਦਿੱਤੀ, ਬਾਣੀ ਕੋਈ ਜਿੰਨੀ ਮਰਜ਼ੀ ਪੜ੍ਹ ਲੇ। ਇਹ ਸੁੰਦਰ ਗੁਟਕੇ ਨਾ ਪਹਿਲਾਂ ਉਦੋਂ ਤਾਂ ਬਣੇ ਸੀ, ਉਦੋਂ ਗੁਰਮੁਖ ਪਿਆਰੇ ਬਾਣੀ ਬਹੁਤ ਪੜ੍ਹਦੇ ਸਨ, ਪੂਰੇ ਗੁਟਕਾ ਸਭ ਦਾ ਹੀ ਪਾਠ ਕਰ ਦੇਣਾ। ਹੁਣ ਤੇ ਹੱਥਾਂ ਦੇ ਵਿੱਚੋਂ, ਅਸੀਂ ਵੀ ਵਿੱਚ ਹੀ ਆ, ਇਹ ਗਾਇਬ ਹੋ ਗਏ। ਹੁਣ ਤੁਹਾਨੂੰ ਦਰਬਾਰ ਦੇ ਵਿੱਚ ਹੱਥ ਵਿੱਚ ਗੁਟਕੇ ਪਕੜ ਕੇ ਬੈਠੇ ਬਹੁਤ ਘੱਟ ਨਜ਼ਰ ਆਉਣਗੇ, ਹੱਥ ਵਿੱਚ ਕੀ ਪਕੜਿਆ ਉਹ ਬਹੁਤੇ ਨਜ਼ਰ ਆਉਣਗੇ। ਤੋ ਸਤਿਗੁਰੂ ਜੀ ਕਹਿੰਦੇ ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਹਾਵਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ। ਸਤਿਗੁਰਾਂ ਨੇ ਆਰੰਭ ਵਿੱਚ ਆਖਿਆ ਸੁਖਮਨੀ ਸਾਹਿਬ ਦੀ ਬਾਣੀ ਵਿੱਚ, ਕਿਨਕਾ ਏਕ ਜਿਸ ਜੀ ਬਸਾਵੇਂ ਤਾਂ ਕੀ ਮਹਿਮਾ ਗਨੀ ਨਾ ਆਵੇ, ਮੰਨੇ ਕੀ ਗਤ ਕਹੀ ਨਾ ਜਾਏ। ਇੱਕ ਉਦਾਹਰਨ ਦਿਆਂ, ਮੈਂ ਪ੍ਰਿੰਸੀਪਲ ਗੰਗਾ ਸਿੰਘ ਨੂੰ ਪੜ੍ਹ ਰਿਹਾ ਸਾਂ। ਪ੍ਰਿੰਸੀਪਲ ਗੰਗਾ ਸਿੰਘ ਜੀ ਬੜੇ ਵਿਦਵਾਨ ਹੋਏ ਨੇ, ਜਿਨ੍ਹਾਂ ਨੂੰ ਸੰਤ ਸਿੰਘ ਜੀ ਮਸਕੀਨ ਵੀ ਮੰਨਦੇ ਨੇ ਵੀ ਬੜੇ ਉੱਚ ਕੋਟੀ ਦੇ ਵਿਦਵਾਨ। ਜਿੱਥੇ ਉਹ ਬਹੁਤ ਵੱਡੇ ਵਿਦਵਾਨ ਸਨ, ਵਿਦਵਾਨੀ ਦੇ ਨਾਲ ਨਾਲ ਉਹਨਾਂ ਦੇ ਅੰਦਰ ਕੁਝ ਹਉਮੈ ਵੀ ਆ ਗਈ ਸੀ। ਤੇ ਸਤਿਗੁਰਾਂ ਨੇ ਬਾਣੀ ਵਿੱਚ ਜ਼ਿਕਰ ਕੀਤਾ, ਗੁਰੂ ਸਾਹਿਬ ਜੀ ਕਹਿੰਦੇ ਪੜ੍ਹਨਾ ਹੈ, ਵਿਦਿਆ ਪੜ੍ਹਾਈ ਸਭ ਕੁਝ ਪੜ੍ਹਨਾ ਹੈ। ਪਰ ਸਤਿਗੁਰਾਂ ਨੇ ਨਾਲੋਂ ਨਾਲ ਇਹ ਵੀ ਕਹਿ ਦਿੱਤਾ, ਕਹਿੰਦੇ ਜੇ ਤੈਨੂੰ ਪੜ੍ਹਾਈ ਲਿਖਾਈ ਦਾ ਹੰਕਾਰ ਹੋ ਜੇ, ਦੁਨੀਆ ਦੇ ਵਿੱਚ ਅਨਪੜ੍ਹ ਬੰਦੇ ਮੂਰਖ ਬਹੁਤ ਘੱਟ ਨੇ,
ਗੁਰਬਾਣੀ ਕਹਿੰਦੀ ਹੈ ਕਿ ਪੜ੍ਹੇ ਲਿਖੇ ਮੂਰਖ ਜ਼ਿਆਦਾ ਨੇ ਖਿਮਾ ਕਰਿਓ। ਸਤਿਗੁਰੂ ਜੀ ਕਹਿੰਦੇ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ। ਸਤਿਗੁਰਾਂ ਨੇ ਕਹਿ ਦਿੱਤਾ ਵੀ ਜੇ ਤਾਂ ਪੜ੍ਹਾਈ ਕਰਕੇ ਵਿਦਿਆ ਪ੍ਰਾਪਤ ਕਰਕੇ ਜੇ ਤੇਰੇ ਜੀਵਨ ਵਿੱਚ ਇਹ ਹੀ ਨਹੀਂ ਆਇਆ ਕਿ ਮੈਂ ਆਪਣੇ ਮਾਂ ਪਿਓ ਦਾ ਕਿੱਦਾਂ ਸਤਿਕਾਰ ਕਰਨਾ ਹੈ, ਆਪ ਤੋਂ ਵੱਡੇ ਦਾ ਆਪ ਤੋਂ ਛੋਟੇ ਨੂੰ ਜਾਂ ਪਰਿਵਾਰਕ ਤੌਰ ਤੇ ਇਹ ਦੇਖਣਾ ਹੈ ਕਿ ਵੀ ਸਾਡੇ ਮਾਤਾ ਪਿਤਾ ਨੇ ਕਿੰਨੀ ਮਿਹਨਤ ਮਸ਼ੱਕਤ ਕਰਕੇ ਸਾਨੂੰ ਪੜ੍ਹਾ ਲਿਖਾ ਕੇ ਕਿੰਨੇ ਉੱਚੇ ਮੁਕਾਮ ਤੇ ਭੇਜਿਆ, ਤੇ ਜੇ ਬੰਦੇ ਦੇ ਜੀਵਨ ਵਿੱਚੋਂ ਇਹ ਗੱਲ ਵਿਸਰ ਜੇ ਤੇ ਗੁਰਬਾਣੀ ਦਾ ਸ਼ਬਦ ਢੁਕਦਾ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ। ਪਾਤਸ਼ਾਹ ਜੀ ਕਹਿੰਦੇ ਵਿਦਿਆ ਪ੍ਰਾਪਤ ਕਰਕੇ ਲੱਭ ਲੋਭ ਹੰਕਾਰ ਦੂਰ ਹੋਣਾ ਚਾਹੀਦਾ ਹੈ, ਤੇ ਜੇ ਵਿਦਿਆ ਪੜ੍ਹ ਕੇ ਹੰਕਾਰ ਆ ਗਿਆ ਤੇ ਉਹ ਗੱਲ ਮੇਰੇ ਗੁਰੂ ਸਾਹਿਬ ਨੇ ਕਹਿ ਦਿੱਤੀ, ਮੈਂ ਤੇ ਸਿਰਫ ਸੁਣਾ ਹੀ ਰਿਹਾ। ਜਿਹੜੀ ਮੈਂ ਬੇਨਤੀ ਕਰ ਲੱਗਾ ਸਾਂ, ਪ੍ਰਿੰਸੀਪਲ ਗੰਗਾ ਸਿੰਘ ਬੜੇ ਵਿਦਵਾਨ, ਉਹ ਆਪਣੀ ਖੁਦ ਬੁੱਕ ਦੇ ਵਿੱਚ ਲਿਖਦੇ ਨੇ ਹਜ਼ੂਰੀ ਲੈਕਚਰ। ਉਹ ਕਹਿੰਦੇ ਨੇ, ਕਹਿੰਦੇ ਇੱਕ ਜਗ੍ਹਾ ਬਹੁਤ ਵੱਡਾ ਸਮਾਗਮ ਸੀ, ਦੀਵਾਨ ਸਜਿਆ, ਤੇ ਉਸ ਦੀਵਾਨ ਦੇ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਲੈਕਚਰ ਦੇ ਰਹੇ ਨੇ। ਬੜੀਆਂ ਵੱਡੀਆਂ ਵੱਡੀਆਂ ਉਹਨਾਂ ਨੇ ਉਦਾਹਰਨਾਂ ਦਿੱਤੀਆਂ। ਉਦਾਹਰਨਾਂ ਇੰਨੀਆਂ ਕੁ ਗਜ਼ਬ ਦੀਆਂ ਦਿੱਤੀਆਂ ਕਿ ਜਿਹੜੀ ਸੰਗਤ ਵਿੱਚ ਬੈਠੀ ਸੀ ਉਹ ਸਾਰੀ ਮੰਤਰ ਮੁਗਧ ਹੋ ਗਈ। ਸਭ ਆਸ਼ਸ਼ ਕਰ ਉੱਠੇ ਵੀ ਕਿਆ ਬਾਤ ਹੈ, ਐਸੀਆਂ ਉਦਾਹਰਨਾਂ। ਪਰ ਸਤਿਗੁਰੂ ਜੀ ਕਹਿੰਦੇ ਪ੍ਰਥਮੇ ਮਨ ਸੋਧੈ ਆਪਣਾ, ਪਾਛੈ ਅਵਰ ਰਿਝਾਵੈ ਜੀ। ਇਹ ਸਾਡੇ ਤੇ ਪੰਗਤੀ ਢੁਕਦੀ ਹੈ। ਪਰ ਜਿਸ ਸਮੇਂ ਉਹਨਾਂ ਨੇ ਬਹੁਤ ਉੱਚੀਆਂ ਉਦਾਹਰਨਾਂ ਦਿੱਤੀਆਂ, ਰਜੋ ਤਮੋ ਸਤੋ, ਵੱਡੀਆਂ ਵੱਡੀਆਂ ਉਦਾਹਰਨਾਂ, ਈੜਾ ਪੰਗਲਾ ਸੁਖ ਮਨਾ, ਦਸਮ ਦਵਾਰ ਦੀਆਂ ਉਹਨਾਂ ਗੱਲਾਂ ਕੀਤੀਆਂ। ਦੀਵਾਨ ਬੜਾ ਭਰਿਆ। ਉਹ ਆਪਣੀ ਗੱਲ ਆਪ ਹੀ ਲਿਖਦੇ ਨੇ, ਨਹੀਂ ਤੇ ਬੰਦਾ ਆਪਣੀ ਕਮਜ਼ੋਰੀ ਕਦੇ ਆਪ ਸੰਸਾਰ ਨੂੰ ਨਹੀਂ ਦੱਸਦਾ। ਉਹ ਚਲਾਕੀ ਦੇ ਨਾਲ ਆਪਣੀ ਕਮਜ਼ੋਰੀ ਨੂੰ ਵੀ ਚੰਗਿਆਈ ਦੇ ਰੂਪ ਦੇ ਵਿੱਚ ਪੇਸ਼ ਕਰੇਗਾ, ਪਰ ਉਹਨਾਂ ਨੇ ਆਪਣੀ ਕਮਜ਼ੋਰੀ ਨੂੰ ਇੱਕ ਬੁੱਕ ਵਿੱਚ ਲਿਖ ਦਿੱਤਾ। ਉਹ ਕਹਿੰਦੇ ਮੈਂ ਜਦੋਂ ਕਥਾ ਕੀਤੀ ਸਾਰੀ ਸੰਗਤ ਨੂੰ ਮੰਤਰ ਮੁਗਧ ਕਰ ਲਿਆ, ਉਸ ਤੋਂ ਬਾਅਦ ਜਦੋਂ ਸਮਾਪਤੀ ਹੋਈ ਤੇ ਮੈਨੂੰ ਨਹੀਂ ਸੀ ਪਤਾ ਕਿ ਉਸ ਸਮਾਗਮ ਉਸ ਕਥਾ ਦੇ ਵਿੱਚ ਬੈਠਾ ਕੌਣ ਹੈ। ਜਦੋਂ ਕਹਿੰਦਾ ਮੈਂ ਬਾਹਰ ਆਇਆ ਤੇ ਉਹ ਸਨ ਸੰਤ ਅਤਰ ਸਿੰਘ ਮਸਤੂਆਣੇ ਵਾਲੇ। ਮੈਂ ਉਹਨਾਂ ਦੀ ਤਾਂ ਗੱਲ ਕਰਦਾ ਕਿਉਂਕਿ ਮਾਲਵੇ ਵਿੱਚ ਪੰਜਾਬ ਦੀ ਧਰਤੀ ਤੇ ਜਿਸ ਸਮੇਂ ਈਸਾਈਆਂ ਦਾ ਪੂਰਾ ਜ਼ੋਰ ਸੀ, ਸਿੱਖਾਂ ਦੇ ਮੁੰਡੇ ਈਸਾਈ ਬਣਨੇ ਸ਼ੁਰੂ ਹੋ ਗਏ ਸਨ, ਤੇ ਜਿਹੜੀ ਪੰਜਾਬੀ ਸੀ ਉਹ ਬਿਲਕੁਲ ਉਹਦਾ ਨਾਮੋ ਨਿਸ਼ਾਨ ਖਤਮ ਹੋ ਰਿਹਾ ਸੀ, ਬਿਲਕੁਲ। ਤਾਂ ਉਸ ਸਮੇਂ ਉਹਨਾਂ ਨੇ ਮਾਲਵੇ ਦੀ ਧਰਤੀ ਤੇ ਸਕੂਲ ਕਾਲਜ ਖੋਲ ਕੇ, ਵੇਖੋ ਬਾਅਦ ਵਿੱਚ ਕੋਈ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਬਾਬਤ ਲਿਖ ਦਿੰਦਾ ਹੈ, ਉਹਦੇ ਵਿੱਚ ਫਿਰ ਉਹਨਾਂ ਦਾ ਤੇ ਕੋਈ ਕਸੂਰ ਨਹੀਂ ਨਾ। ਉਹਨਾਂ ਨੇ ਉਸ ਸਮੇਂ ਪੰਜਾਬੀ ਦਾ ਇੰਜ ਕਹਿ ਲਓ, ਉਹਨਾਂ ਨੇ ਗੁਰਮਤ ਕਾਲਜ ਵੀ ਬਣਾਏ, ਅਕਾਲ ਡਿਗਰੀ ਕਾਲਜ ਬਣਾਏ, ਜਿੰਨੇ ਵੀ ਅਦਾਰੇ ਬਣਾਏ ਨਾ, ਜਿੰਨੇ ਵੀ ਸਾਰੇ ਅਦਾਰਿਆਂ ਦਾ ਨਾਮ ਉਹਨਾਂ ਨੇ ਅਕਾਲ ਤੇ ਰੱਖਿਆ। ਲੰਗਰ ਦਾ ਨਾਮ ਰੱਖਿਆ ਅਕਾਲ ਲੰਗਰ, ਅਕੈਡਮੀ ਦਾ ਨਾਮ ਰੱਖਿਆ ਅਕਾਲ ਅਕੈਡਮੀ। ਹੁਣ ਉਹ ਵੱਖਰੀ ਗੱਲ ਹੈ, ਹੋਰ ਰੂਪ ਧਾਰਨ ਕਰ ਗਈਆਂ, ਹੁਣ ਉਹ ਬਿਜ਼ਨਸ ਬਣ ਗਈਆਂ। ਉੱਥੇ ਗਰੀਬ ਬੱਚਾ ਨਹੀਂ ਕੋਈ ਪੜ੍ਹ ਸਕਦਾ, ਹੁਣ ਨਹੀਂ ਕੋਈ ਪੜ੍ਹ ਸਕਦਾ। ਪਰ ਉਹਨਾਂ ਨੇ ਇਹ ਸਕੂਲ ਕਾਲਜ ਉਹਨਾਂ ਸਮਿਆਂ ਵਿੱਚ ਤਾਂ ਬਣਾਏ ਸੀ ਤਾਂ ਕਿ ਹਰ ਇੱਕ ਗਰੀਬ ਬੱਚਾ ਪੰਜਾਬੀ ਪੜ੍ਹ ਸਕੇ, ਦੁਨਿਆਵੀ ਵਿਦਿਆ ਪੜ੍ਹ ਸਕੇ ਤੇ ਸਿੱਖੀ ਦਾ ਵੀ ਪ੍ਰਚਾਰ ਕਰ ਸਕੇ। ਖੈਰ ਕਹਿੰਦੇ ਜਦੋਂ ਪ੍ਰਿੰਸੀਪਲ ਗੰਗਾ ਸਿੰਘ ਬਾਹਰ ਆਏ ਨਾ, ਤਾਂ ਸੰਤ ਅਤਰ ਸਿੰਘ ਸਾਹਮਣੇ ਖਲੋਤੇ ਸਨ। ਉਹਨਾਂ ਭਰੀ ਸੰਗਤ ਵਿੱਚ ਨਹੀਂ ਟੋਕਿਆ। ਕਈ ਦਫਾ ਅਸੀਂ ਭਰੀ ਸੰਗਤ ਵਿੱਚ ਟੋਕ ਕੇ, ਹੋ ਸਕਦਾ ਮੈਂ ਵੀ ਹੋਵਾਂ, ਅਸੀਂ ਇਸ ਗੱਲ ਵਿੱਚ ਆਪਣਾ ਬੜਾ ਮਾਣ ਸਮਝਦੇ ਹਾਂ। ਉਹਨਾਂ ਭਰੀ ਸੰਗਤ ਵਿੱਚ ਤਾਂ ਕੁਝ ਨਾ ਕਿਹਾ, ਇੱਕ ਸਾਈਡ ਤੇ ਲਿਜਾ ਕੇ ਹੱਥ ਜੋੜ ਕੇ ਬੜੀ ਹੀ ਨਿਮਰਤਾ ਦੇ ਨਾਲ ਉਹ ਕਹਿਣ ਲੱਗੇ, ਪ੍ਰਿੰਸੀਪਲ ਸਾਹਿਬ ਜੀ। ਤੇ ਉਹ ਆਪ ਲਿਖਦੇ, ਉਹ ਕਹਿੰਦੇ ਮੈਂ ਸੋਚਿਆ ਵੀ ਸ਼ਾਇਦ ਮੈਂ ਜਿਹੜਾ ਲੈਕਚਰ ਕਰਕੇ ਆਇਆ ਵੀ ਉਹ ਬੜਾ ਸੋਹਣਾ ਕੀਤਾ ਤੇ ਬੜੇ ਖੁਸ਼ ਹੋਣਗੇ, ਮੈਨੂੰ ਸ਼ਾਬਾਸ਼ ਦੇਣਗੇ। ਤੇ ਜਦੋਂ ਉਹਨਾਂ ਨੇ ਮੈਨੂੰ ਇੱਕ ਸਾਈਡ ਤੇ ਬੁਲਾਇਆ ਤੇ ਉਹ ਕਹਿੰਦੇ ਮੇਰੇ ਅੰਦਰ ਥੋੜਾ ਜਿਹਾ ਹੰਕਾਰ ਵੀ ਹੋ ਗਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਗੂੰਗਾ ਹੁਆ ਬਾਬਰਾ, ਬਹਿਰਾ ਹੁਆ ਕਾਨ, ਪਾਮੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਨ।
ਭਗਤ ਜੀ ਕਹਿੰਦੇ ਇਹ ਜ਼ਬਾਨ ਮੇਰੀ ਗੂੰਗੀ ਹੋ ਗਈ, ਭਾਵ ਹੁਣ ਸੰਸਾਰ ਦੀ ਉਸਤਤ ਨਹੀਂ ਕਰਦੀ ਤੇ ਨਾ ਨਿੰਦਿਆ ਕਰਦੀ ਹੈ। ਕੰਨ ਤੋਂ ਮੈਂ ਬੋਲਾ ਹੋ ਗਿਆ, ਭਾਵ ਇਹ ਕੰਨ ਹੁਣ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਸੁਣਦੇ, ਇਹ ਕੰਨ ਕੇਵਲ ਗੁਰੂ ਦੀ ਉਸਤਤ ਸੁਣਦੇ ਨੇ। ਜ਼ਬਾਨ ਤੋਂ ਗੂੰਗਾ ਹੋ ਗਿਆ, ਕੰਨਾਂ ਤੋਂ ਬੋਲਾ ਹੋ ਗਿਆ, ਪੈਰਾਂ ਤੋਂ ਮੈਂ ਪਿੰਗਲਾ ਹੋ ਗਿਆ, ਹੁਣ ਪੈਰ ਗਲਤ ਪਾਸੇ ਨਹੀਂ ਜਾਂਦੇ। ਪਾਮੋਂ ਤੇ ਪਿੰਗਲ ਭਇਆ ਮਾਰਿਆ, ਸਤਿਗੁਰ ਬਾਣ ਇਹ ਅਵਸਥਾ ਕਦੋਂ ਬਣੀ? ਜਦੋਂ ਮੇਰੇ ਗੁਰੂ ਨੇ ਆਪਣੀ ਬਾਣੀ ਦਾ ਸ਼ਬਦ ਦਾ ਬਾਣ ਮਾਰਿਆ। ਖੈਰ ਬੇਨਤੀ ਕਰਾਂ, ਕਹਿੰਦੇ ਉਸ ਸਮੇਂ ਜਦੋਂ ਪੁੱਛਿਆ ਕਿ ਪ੍ਰਿੰਸੀਪਲ ਸਾਹਿਬ ਜੀ ਕਥਾ ਦੇ ਵਿੱਚ ਜਿਹੜੀਆਂ ਉਦਾਹਰਨਾਂ, ਜਿਹੜੀ ਸ਼ੈਲੀ, ਜਿਹੜੇ ਬੋਲ ਸੀ ਨਾ, ਉਹ ਬੜੇ ਬਾ ਕਮਾਲ ਦੇ ਸਨ। ਜਦੋਂ ਇੰਨੀ ਗੱਲ ਕਹੀ ਤੇ ਕਹਿੰਦਾ ਮੈਂ ਬਹੁਤ ਖੁਸ਼ ਹੋਇਆ, ਪਰ ਹੱਥ ਜੋੜ ਕੇ ਕਹਿਣ ਲੱਗੇ ਵੀ ਜਿਸ 10ਵੇਂ ਦੁਆਰ ਦੀ ਤੁਸੀਂ ਗੱਲ ਕਰ ਰਹੇ ਸੀ, ਉਸ 10ਵੇਂ ਦੁਆਰ ਨੂੰ ਕਦੇ ਮਾਣਿਆ ਵੀ ਹੈ ਤੁਸੀਂ? ਵੀ ਉਸ 10ਵੇਂ ਦੁਆਰ ਦਾ ਆਨੰਦ ਤੁਸੀਂ ਮਾਣਿਆ? ਜਿਸ ਅਵਸਥਾ ਦੀ, ਜਿਸ ਸ਼ਾਂਤੀ ਦੀ, ਜਿਹੜੀ ਆਤਮਿਕ ਅਵਸਥਾ ਦਾ ਜ਼ਿਕਰ ਕਰ ਰਹੇ ਸਨ, ਤੁਸੀਂ ਕਰ ਰਹੇ ਸੀ, ਕਿ ਉਸ ਆਤਮਿਕ ਅਵਸਥਾ ਤੱਕ ਕਦੀ ਤੁਸੀਂ ਪਹੁੰਚੇ ਹੋ? ਤੇ ਉਹ ਆਪ ਲਿਖਦੇ ਹੋ, ਕਹਿੰਦੇ ਜਦੋਂ ਇਹ ਗੱਲ ਕਹੀ ਨਾ ਤਾਂ ਇੱਕਦਮ ਮੈਂ ਹੈਰਾਨ ਹੋ ਗਿਆ ਤੇ ਹੱਥ ਜੋੜ ਕੇ ਆਖਿਆ, ਗੁਰਮੁਖ ਪਿਆਰਿਓ, ਮੇਰੇ ਕੋਲ ਇਹ ਸਿਰਫ ਦੁਨਿਆਵੀ ਕਿਤਾਬੀ ਜਿਹੜੀ ਵਿਦਿਆ ਹੈ ਉਹ ਮੈਂ ਸਟੇਜ ਤੇ ਸੁਣਾਈ ਹੈ, ਪਰ ਜਿਸ ਅਵਸਥਾ ਦਾ ਮੈਂ ਜ਼ਿਕਰ ਕੀਤਾ ਉਹਦਾ ਮੈਂ ਕਦੀ ਆਨੰਦ ਨਹੀਂ ਮਾਣਿਆ। ਭਗਤ ਜੀ ਵੀ ਬਾਣੀ ਵਿੱਚ ਕਹਿੰਦੇ ਨੇ, ਗੁਰੂ ਸਾਹਿਬ ਜੀ ਵੀ ਬਾਰ-ਬਾਰ ਕਹਿੰਦੇ ਨੇ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜੇ ਕਿਸੇ ਗੂੰਗੇ ਨੂੰ ਗੁੜ ਖਵਾ ਦਈਏ, ਇਹਨੂੰ ਕਹੀਏ ਵੀ ਦੱਸ ਕਿੰਨਾ ਕੁ ਮਿੱਠਾ ਸੀ, ਉਹ ਬੋਲ ਕੇ ਨਹੀਂ ਦੱਸ ਸਕਦਾ, ਉਹ ਸਿਰ ਹਿਲਾ ਕੇ ਦੱਸ ਸਕਦਾ ਵੀ ਇਹ ਤੇ ਸਵਾਦ ਹੀ ਬਹੁਤ ਸੀ, ਪਰ ਉਹਨੂੰ ਬਿਆਨ ਨਹੀਂ ਕਰ ਸਕਦਾ। ਹੁਣ ਉਸ ਸਮੇਂ ਜਦੋਂ ਪੁੱਛਿਆ, ਕਹਿੰਦਾ ਜੀ ਮੇਰੇ ਕੋਲ ਤਾਂ ਦੁਨਿਆਵੀ ਗਿਆਨ, ਦੁਨਿਆਵੀ ਵਿਦਿਆ ਹੈ, ਸਕੂਲੇ ਕਾਲਜੇ ਮੈਂ ਪੜ੍ਹਿਆ, ਵਿਦਿਆ ਪ੍ਰਾਪਤ ਕੀਤੀ ਹੈ, ਪਰ ਜਿਸ ਆਨੰਦ ਦਾ ਮੈਂ ਜ਼ਿਕਰ ਕੀਤਾ ਉਹਨੂੰ, ਉਸ ਆਨੰਦ ਨੂੰ ਮੈਂ ਕਦੀ ਨਹੀਂ ਮਾਣਿਆ। ਉਹ ਆਪ ਹੀ ਲਿਖਦੇ ਨੇ, ਕਹਿੰਦੇ ਵੀ ਸੰਤ ਅਤਰ ਸਿੰਘ ਕਹਿਣ ਲੱਗੇ, ਮੈਂ ਤਾਂ ਜ਼ਿਕਰ ਕਰਦਾ ਕਿਉਂਕਿ ਸੰਤ ਅਤਰ ਸਿੰਘ ਜੀ ਨੇ ਹੀ ਸੰਤ ਤੇਜਾ ਸਿੰਘ ਜੀ ਨੂੰ ਇਸ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਤੇ ਉਹਨਾਂ ਨੇ ਭੇਜਿਆ ਸੀ, ਕਿਉਂਕਿ ਉਹ ਪੜ੍ਹੇ ਲਿਖੇ ਬਹੁਤ ਸਨ, ਟ੍ਰਿਪਲ MA ਸਨ ਸੰਤ ਤੇਜਾ ਸਿੰਘ ਜੀ। ਉਹਨਾਂ ਨੇ ਵੀ ਅਮਰੀਕਾ ਕੈਨੇਡਾ ਧਰਤੀ ਤੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ ਹੈ। ਖੈਰ ਬੇਨਤੀ ਕਰਾਂ, ਜਦੋਂ ਪੁੱਛਿਆ ਨਾ ਵੀ ਉਹਦਾ ਕਦੀ ਆਨੰਦ ਮਾਣਿਆ, ਕਹਿੰਦਾ ਨਹੀਂ ਜੀ। ਤਾਂ ਫਿਰ ਉਸ ਸਮੇਂ ਸੰਤ ਅਤਰ ਸਿੰਘ ਕਹਿਣ ਲੱਗੇ ਵੀ ਜੇ ਤੈਨੂੰ ਉਹ ਝਲਕ ਦਿਖਾ ਦਈਏ, ਹੁਣ ਕਿੱਥੋਂ ਕੁ ਤੱਕ ਗੱਲ ਸੱਚ ਹੈ, ਹੋ ਸਕਦਾ ਵੀ ਆਪਾਂ ਇਸ ਗੱਲ ਨੂੰ ਨਾ ਮੰਨੀਏ, ਪਰ ਗੁਰਬਾਣੀ ਦੇ ਵਿੱਚ ਗੁਰਮੁਖਾਂ ਦਾ ਜ਼ਿਕਰ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿੱਥੇ ਗੱਲ ਕੀਤੀ ਹੈ ਨਾ ਬਗਲੇ ਦੀ ਜਦੋਂ ਉਦਾਹਰਨ ਦਿੱਤੀ ਹੈ, ਤੇ ਮੇਰੇ ਸਤਿਗੁਰਾਂ ਨੇ ਉੱਥੇ ਪਖੰਡੀ ਦਾ ਖੰਡਨ ਕੀਤਾ ਹੈ। ਜਿੱਥੇ ਉਦਾਹਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਹੰਸ ਦੀ ਕੀਤੀ ਹੈ, ਉੱਥੇ ਉਦਾਹਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਸੇ ਉੱਚੀ ਸੁੱਚੀ ਗੁਰਮੁਖ ਦੀ ਗੱਲ ਕੀਤੀ ਹੈ। ਗੁਰਮੁਖ ਦੀ ਉਦਾਹਰਨ ਤੁਲਨਾ ਕੀਤੀ ਹੈ ਹੰਸ ਨਾਲ, ਤੇ ਮਨਮੁਖ ਬੰਦੇ ਦੀ ਤੁਲਨਾ ਕੀਤੀ ਹੈ ਬਗਲੇ ਦੇ ਨਾਲ। ਜਗ੍ਹਾ ਜਗ੍ਹਾ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ। ਹੰਸਾਂ ਦੇਖ ਤਰੰਦਿਆਂ, ਪੱਗਾ ਆਇਆ ਚਾਓ, ਡੁੱਬ ਮੋਏ ਬਗ ਬੱਪੜੇ, ਸਿਰ ਤਲ ਉੱਪਰ ਪਾਓ। ਹੰਸਾਂ ਦੀ ਰੀਸ ਕਰ ਬੈਠਾ ਬਗਲਾ। ਇੱਕ ਦੂਜੇ ਨੂੰ ਕਹਿੰਦੇ ਭਰਾਵਾ ਆਪਾਂ ਵੀ ਇਹਨਾਂ ਵਰਗੇ ਲੱਗਦੇ ਆ, ਇਹਨਾਂ ਦੀਆਂ ਕਿੰਨੀਆਂ ਕਿੰਨੀਆਂ ਉੱਚੀਆਂ ਉਡਾਰੀਆਂ, ਸਮੁੰਦਰ 'ਚ ਤੁਰੇ ਹੀ ਜਾਂਦੇ, ਥੱਕਦੇ ਨਹੀਂ। ਕਹਿੰਦੇ ਜੇ ਇਹਨਾਂ ਵਰਗੇ ਲੱਗਦੇ ਆ ਤੇ ਫਿਰ ਆਪਾਂ ਵੀ ਤੇ ਕੁਝ ਕਰ ਲਈਏ। ਹੁਣ ਉਹਨਾਂ ਦੀ ਰੀਸ ਕਰਕੇ ਜਦੋਂ ਸਮੁੰਦਰ ਪਾਣੀ ਵਿੱਚ ਜਦੋਂ ਤੈਰਨ ਲੱਗੇ, 4 ਕਦਮਾਂ ਗਏ ਤੇ ਪਾਣੀ ਨੇ ਛਲ ਮਾਰੀ ਤੇ ਟੇਢੇ ਹੋ ਗਏ। ਬਾਣੀ ਵਿੱਚ ਜ਼ਿਕਰ ਕੀਤਾ ਇਹੀ ਹਾਲਤ ਕਹਿੰਦੇ ਦੁਨਿਆਵੀ ਉਹਨਾਂ ਲੋਕਾਂ ਦੀ ਹੈ ਜਿਹੜੇ ਕਿਸੇ ਦੀ ਰੀਸ ਕਰਦੇ ਨਹੀਂ। ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਜੇ ਕੋ ਉਸਕੀ ਰੀਸ ਕਰੇ ਸੋ ਮੂੜ ਅਜਾਣੀ। ਖੈਰ ਬੇਨਤੀ ਕਰਾਂ, ਕਹਿਣ ਲੱਗੇ ਵੀ ਜੇ ਉਸ ਆਨੰਦ ਨੂੰ ਨਹੀਂ ਮਾਣਿਆ ਤੇ ਫਿਰ ਜੇ ਤੁਹਾਨੂੰ ਉਸ ਆਨੰਦ ਦੀ ਝਲਕ ਦਿਖਾ ਦਈਏ, ਹੱਥ ਜੋੜ ਕੇ ਕਹਿੰਦਾ ਹਾਂਜੀ ਦਿਖਾਓ। ਉਹਨਾਂ ਨੇ ਕੋਈ ਉੱਥੇ ਮੰਤਰ ਆਦਿਕ ਨਹੀਂ ਕੋਈ, ਉਹ ਕਹਿੰਦੇ ਫਿਰ ਬਹਿ ਜਾਓ। ਕਹਿੰਦੇ ਸਾਹਮਣੇ ਬਿਠਾਇਆ, ਕਹਿਣ ਲੱਗੇ ਤੁਸੀਂ ਵੀ ਨੇਤਰ ਬੰਦ ਕਰੋ। ਕਹਿੰਦੇ ਉੱਥੇ ਤਕਰੀਬਨ ਸਿਰਫ 5 ਮਿੰਟ ਲਗਾਤਾਰ ਟਿਕ ਕੇ ਉਹਨਾਂ ਨੇ ਜਦੋਂ ਸਿਮਰਨ ਕੀਤਾ ਨਾ, ਹਕੀਕਤ ਹੈ ਪ੍ਰਿੰਸੀਪਲ ਗੰਗਾ ਸਿੰਘ ਐਡਾ ਵਿਦਵਾਨ, ਉਹ ਕਿਸੇ ਦੇ ਅੱਗੇ ਨਹੀਂ ਅੱਜ ਤੱਕ ਝੁਕਿਆ, ਪਰ ਜਦੋਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਦੀ ਧੁਨ
ਜਦੋਂ ਸ਼ੁਰੂ ਹੋਈ ਨਾ ਤਾਂ ਉਸ ਤੋਂ ਬਾਅਦ ਹੱਥ ਜੋੜ ਕੇ ਕਹਿੰਦਾ ਜੀ ਸਾਰੀ ਜ਼ਿੰਦਗੀ ਦਸਮ ਦਵਾਰ ਦੀਆਂ ਆਤਮਿਕ ਅਵਸਥਾਵਾਂ ਦੀਆਂ ਗੱਲਾਂ ਕਰਦਾ ਰਿਹਾ। ਲੱਖ ਵਾਰੀ ਵਾਹਿਗੁਰੂ ਕਹੀਏ ਕੋਈ ਫਾਇਦਾ ਨਹੀਂ, ਪਰ ਲੱਖ ਵਾਰੀ ਵਾਹਿਗੁਰੂ ਤਾਂ ਕਹਿਣਾ ਤਾਂ ਕਿ ਜੀਵਨ ਵਿੱਚ ਇੱਕ ਵਾਰੀ ਤੈਨੂੰ ਕਹਿਣ ਦੀ ਜਾਂਚ ਆ ਜੇ। ਬਾਰ-ਬਾਰ ਵਾਹਿਗੁਰੂ ਤਾਂ ਹੀ ਕਹਿਣਾ ਹੈ ਵੀ ਵਾਹਿਗੁਰੂ ਕਹਿਣ ਦੀ ਜਾਂਚ ਤਰੀਕਾ ਆ ਜੇ। ਇਸ ਲਈ ਸਤਿਗੁਰੂ ਜੀ ਕਹਿੰਦੇ ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਕਹਿੰਦੇ ਇੱਕ ਚਿੱਤ ਵੀ, ਇੱਕ ਛਿਨ ਮਾਤਰ ਵੀ। ਤੋ ਸਤਿਗੁਰਾਂ ਦੀ ਰਹਿਮਤ ਹੋਈ, ਕਿਰਪਾ ਹੋਈ। ਇਹਦਾ ਭਾਵ ਇਹ ਸੀ ਵੀ ਜੇ ਕਿਸੇ ਗੁਰਮੁਖ ਦੀ ਉਹਨੇ ਸੰਗਤ ਕੀਤੀ ਤਾਂ ਉਹਦੇ ਅੰਦਰ ਜਿਹੜਾ ਵਿਦਿਆ ਦਾ ਹੰਕਾਰ ਸੀ ਨਾ, ਵਿਦਿਆ ਦਾ ਹੰਕਾਰ ਦੂਰ ਹੋ ਗਿਆ ਤੇ ਉਹਦਾ ਜਿਹੜਾ ਜੀਵਨ ਸੀ ਨਾ ਉਹ ਬੜਾ ਹੀ ਪਿਆਰ ਵਾਲਾ ਤੇ ਉੱਚੀ ਸੋਚ ਵਾਲਾ ਜੀਵਨ ਬਣ ਗਿਆ। ਇਹ ਹੈ ਸੰਗਤ ਦਾ ਲਾਹਾ। ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਣੀਐ। ਸਤ ਸੰਗਤ ਕੀ ਹੈ? ਜਿੱਥੇ ਗੁਰੂ ਦੀ ਉਪਮਾ, ਵਡਿਆਈ ਤੇ ਗੁਰੂ ਦਾ ਜਸ ਹੋਵੇ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ। ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ। ਜੇ ਗੁਰੂ ਦਾ ਸ਼ਬਦ ਇੱਕ ਦਫਾ ਹਿਰਦੇ ਵਿੱਚ ਵਸ ਜੇ, ਬਹੁੜ ਜਨਮ ਨਾ ਆਵਾ। ਜਿਹੜਾ ਬਾਰ-ਬਾਰ ਜੀਵ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਿਆ ਹੈ, ਇਹ ਜਨਮ ਮਰਨ ਦਾ ਚੱਕਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਤਮ ਹੋ ਜਾਂਦਾ ਹੈ। ਇੰਨੀ ਹਾਜ਼ਰੀ ਆਪ